ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਡੰਡਾਉਤ ਬੰਦਨ ਅਨਕੰਬਾਰ, ਸਰਬ ਕਲਾ ਸਮਰੱਥ ਡੋਲਨ ਤੀ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ ਫਿਰਤ ਪ੍ਰਭ ਆਇਆ, ਪਰਿਆ ਤਾ ਸਰਨਾਏ। ਨਾਨਕ ਕੀ ਪ੍ਰਭ ਬੇਨਤੀ, ਆਪਣੀ ਭਗਤੀ ਲਾਏ। ਪਰਮ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਿੰਬਾਜੀ, ਗੁਰੂ ਪਿਆਰੀ, ਗੁਰੂ ਸਵਾਰੀ, ਗੁਰੂ ਦਾ ਖਾਸ ਸਰੂਪ ਸਤ ਸੰਗਿਓ। ਆਪ ਸਰਬੱਤ ਸਿੱਖ ਸੰਗਤ ਧੰਦਾ ਦੇ ਜੋਗ ਹੈ, ਵਧਾਈ ਦੀ ਪਾਤਰ ਹੈ। ਸਮੁੱਚੀ ਸਿੱਖ ਸੰਗਤ ਜੋ ਆਪ ਜੀ ਨੇ ਸਤਿਗੁਰਾਂ ਦੀ ਰਹਿਮਤ ਸਦਕਾ, ਸਤਿਗੁਰਾਂ ਦੀ ਅਪਾਰ ਕਿਰਪਾ ਸਦਕਾ ਅੰਮ੍ਰਿਤ ਵੇਲੇ ਉੱਠ ਕੇ ਤਨ ਦਾ ਇਸ਼ਨਾਨ ਕੀਤਾ ਹੈ। ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰੀਆਂ ਨੇ। ਸੋ ਵੱਡੇ ਭਾਗ ਦੀ ਸਾਧ ਸੰਗਤ ਜੀ, ਆਓ ਰਲ ਮਿਲ ਕੇ ਸਤਿਗੁਰਾਂ ਦੇ ਵਚਨਾਂ ਦੇ ਨਾਲ ਸਾਂਝ ਪਾਈਏ। ਅੱਜ ਦੀ ਇਹਨਾਂ ਵਚਨਾਂ ਦੀ ਦੁਬਾਰਾ ਸਤਿਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਸਾਨੂੰ ਕੀ ਬਖਸ਼ਿਸ਼ ਕਰਦੇ। ਚਰਨ ਸਾਧ ਕੇ ਧੋਏ ਧੋਏ ਪੀਓ, ਅਰਪ ਸਾਧਕੋ ਆਪਣਾ ਜੀਓ। ਸਾਧਕੀ ਧੂਰ ਕਰੋ ਇਸ਼ਨਾਨ, ਸਾਧ ਉੱਪਰ ਜਾਈਏ ਕੁਰਬਾਨ। ਸਾਧ ਸੇਵਾ ਬੜ ਭਾਗੀ ਪਾਈਐ, ਸਾਧ ਸੰਗ ਹਰ ਕੀਰਤਨ ਗਾਈਐ। ਅਨਕ ਬਿਗਨ ਤੇ ਸਾਧੂ ਰਾਖੈ, ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ। ਓਟ ਗਹੀ ਸੰਤਹ ਦਰ ਆਇਆ, ਸਰਬ ਸੁਖ ਨਾਨਕ ਤਹਿ ਪਾਇਆ। ਸਤਿਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਇਹਨਾਂ ਵਚਨਾਂ ਦੇ ਦੁਆਰਾ ਬਖਸ਼ਿਸ਼ ਕਰਦੇ ਨੇ ਕਿ ਚਰਨ ਸਾਧ ਕੇ ਧੋਏ ਧੋਏ ਪੀਓ, ਅਰਪ ਸਾਧਕੋ ਆਪਣਾ ਜੀਓ। ਅਰਪ ਦਾ ਭਾਵ ਹੁੰਦਾ ਹੈ ਹਵਾਲੇ ਕਰਦੇ, ਜੀਓ ਦਾ ਭਾਵ ਹੁੰਦਾ ਹੈ ਜਿੰਦ। ਪਾਤਸ਼ਾਹ ਕਹਿੰਦੇ ਹੀ ਭਾਈ, ਸਾਧੂ ਜਿਨ੍ਹਾਂ ਦੇ ਪੈਰ ਧੋ ਕੇ ਨਾਮ ਜਲ ਪੀਏ, ਸਾਧ ਜਲ ਤੋਂ ਆਪਣੀ ਜ਼ਿੰਦਗੀ ਬਾਰ ਦੇ। ਸਾਧ ਚਰਨ ਸਾਧ ਕੇ ਧੋਏ ਧੋਏ ਪੀਓ। हे ਭਾਈ, ਸਾਧੂ ਜਨਾਂ ਦੇ ਪੈਰ ਧੋ ਧੋ ਕੇ ਨਾਮ ਜਲ ਪੀ। ਸਾਧ ਜਨ ਤੋਂ ਆਪਣੀ ਜ਼ਿੰਦਗੀ ਵਾਰਦੇ।
साध की धूर करो इशनान, सद ऊपर जाइए कुर्बान। गुरमुख मनुख दे पैरां दी खाक दे विच इशनान कर, गुरमुख तू सदकी जा। साध सेवा बड़ भागी पाई है, साध संग हर कीरतन गाई है। परमात्मा दी बंदगी करन वालियां दी सेवा बड़ियां भागां दे नाल मिलदी है। संत दी संगत विच परमेश्वर दी सिफत सलाह की जा सकती है। साध सेब बड़ भागी पाइए, साध संहार कीर्तन गाइए। अनक बिगनती साधु राखै, हर गुण गाई अमर रस चाखै। संत अनेकां औकड़ां तो जो आत्मक जीवन के राह विच आउंदियां ने, उन्हां सारियां औकड़ां तो बचा लैंदा है। संत परमेश्वर दी गुण गा के नाम अमृत दा स्वाद मानदा है। ओट गई संत दर आया, सर्ब सुख नानक ते पाया। जिस मनुख ने संतां दा आसरा फड़िया है, जो संतां दे दर ते आके डिगदा है, परमात्मा दी बंदगी करन वालियां दा ओट आसरा लैंदा है, उसने हे नानक सारे सुख प्राप्त कर लए। उस मनुख ने जिन्हां ने परमात्मा दी बंदगी करन वालियां दा आसरा ले लिया, जिन्हां ने परमात्मा दी बंदगी करन वालियां ते भरोसा कर लिया। ओट गई संता दर आया, सर्ब सुख नानक ते पाया। महाराजा प्रताप सिंह होए ने सत्संग जी। महाराजा प्रताप सिंह जम्मू रियासत के मालक ने, ते बाबा करम सिंह दी उन्होंने ना बड़ी महिमा सुनी। महाराजा प्रताप सिंह ने जो जम्मू रियासत ने, उन्होंने महाराज बाबा करम सिंह दी बड़ी महिमा सुनी ते अपने परिवार दी समेत उन्हां संत महापुरुषां दे दर्शन करन वास्ते आया। होती मरदान दे डिप्टी कमिश्नर ने महाराजा प्रताप सिंह दे स्वागत वास्ते बहुत ही शानदार प्रबंध किया। जदों महाराजे प्रताप सिंह नूं पता लग्या ना सत्संग जी कि उसने इस स्वागत करन तो रोक दिता, वो कहने लगा भी मेरा स्वागत नहीं करना। महाराजा प्रताप सिंह कहने लगे भी मैं तो संतां दे दर ते मुरीद बन के आया, इन्हां दा सेवक बन के आया, मैं महाराजा बन के नहीं आया। रात सरकारी बंगले दे विच ठहरिया। जदों दूसरा दिन होया ना, दूसरे दिन परिवार समेत दीवान दे समय डेरे पुजया संतां दे। उस वेले सब संगतां
ਇਲਾਹੀ ਬਾਣੀ ਦਾ ਕੀਰਤਨ ਸੁਣ ਰਹੀਆਂ ਸੀ ਸਾਰੀਆਂ ਸੰਗਤਾਂ। ਸੇਵਾਦਾਰ ਨੇ ਸੰਤਾਂ ਦੇ ਪਾਸ ਬੇਨਤੀ ਕੀਤੀ ਕਿ ਗਰੀਬ ਨਿਵਾਜ, ਜੰਮੂ ਦਾ ਰਾਜਾ ਪ੍ਰਤਾਪ ਸਿੰਘ ਦਰਸ਼ਨ ਦੇ ਲਈ ਆਇਆ ਤੇ ਆਪ ਜੀ ਦਾ ਕੀ ਹੁਕਮ ਹੈ। ਤੇ ਉਸੇ ਵੇਲੇ ਕਹਿੰਦੇ ਸੰਤਾਂ ਨੇ ਆਗਿਆ ਕੀਤੀ ਕਿ ਬਾਹਰ ਖੁੱਲੇ ਪੰਡਾਲ ਦੇ ਵਿੱਚ ਉਹਨਾਂ ਦਾ ਡੇਰਾ ਕਰਵਾ ਦਿਓ ਤੇ ਲੰਗਰ ਦੇ ਵਿੱਚੋਂ ਜਲ ਪਾਣੀ ਛਕਾਓ ਉਹਨਾਂ ਨੂੰ। ਫਿਰ ਦੀਵਾਨ ਵਿੱਚ ਪੁੱਜ ਕੇ ਸੰਗਤਾਂ ਦੇ ਦਰਸ਼ਨ ਕਰ ਲੈਣ। ਜਲ ਪਾਣੀ ਛਕ ਕੇ ਨਾ ਫਿਰ ਸੰਤਾਂ ਦੀ ਆਗਿਆ ਦੇ ਅਨੁਸਾਰ ਬਹੁਤ ਕੀਮਤੀ ਭੇਟਾਂ ਲੈ ਕੇ ਮਹਾਰਾਜਾ ਪ੍ਰਤਾਪ ਸਿੰਘ ਦੀਵਾਨ ਦੇ ਵਿੱਚ ਹਾਜ਼ਰ ਹੋਇਆ। ਚਰਨਾਂ ਤੇ ਸੀਸ ਰੱਖਦੇ ਆ। ਜਦੋਂ ਚਰਨਾਂ ਤੇ ਸੀਸ ਰੱਖਿਆ ਮਹਾਰਾਜਾ ਪ੍ਰਤਾਪ ਸਿੰਘ ਨੇ ਸੰਤਾਂ ਦੇ, ਤਾਂ ਕਹਿੰਦੇ ਮਨ ਨੂੰ ਬਹੁਤ ਸ਼ਾਂਤੀ ਪ੍ਰਾਪਤ ਹੋਈ। ਤੇ ਜਿਸ ਵੇਲੇ ਸੰਤ ਮਹਾਰਾਜ ਜੀ ਗੁਫਾ ਦੀ ਵੱਲ ਚਲੇ ਨਾ, ਤਾਂ ਆਪਣੇ ਨਾਲ ਮਹਾਰਾਜਾ ਪ੍ਰਤਾਪ ਸਿੰਘ ਨੂੰ ਵੀ ਆਪਣੇ ਨਾਲ ਹੀ ਲੈ ਗਏ। ਤੇ ਉਹਨਾਂ ਸੰਤ ਮਹਾਂਪੁਰਸ਼ਾਂ ਨੇ ਮਹਾਰਾਜਾ ਪ੍ਰਤਾਪ ਸਿੰਘ ਜੀ ਨੂੰ ਐਡੀ ਦੂਰੋਂ ਚੱਲ ਕੇ ਆਉਣ ਦਾ ਕਾਰਨ ਪੁੱਛਿਆ ਵੀ ਆਪ ਜੀ ਕਿਸ ਵਾਸਤੇ ਆਏ ਹੋ। ਮਹਾਰਾਜਾ ਪ੍ਰਤਾਪ ਸਿੰਘ ਨੇ ਕਹਿੰਦੇ ਦੋਨੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਆਪ ਤਾਂ ਦੀਨ ਦਿਆਲ ਹੋ, ਮੈਨੂੰ ਭਗੰਦਰ ਦਾ ਰੋਗ ਲੱਗਿਆ ਹੋਇਆ, ਮੈਂ ਬਹੁਤ ਇਲਾਜ ਵੀ ਕਰਵਾਏ ਨੇ ਤੇ ਉਹਦੀ ਤਕਲੀਫ ਨਹੀਂ ਘਟੀ, ਆਰਾਮ ਨਹੀਂ ਆਇਆ। ਤੇ ਦੂਸਰੀ ਬੇਨਤੀ ਇਹ ਹੈ ਕਿ ਰਾਜ ਭਾਗ ਨੂੰ ਸੰਭਣ ਵਾਸਤੇ ਗੱਦੀ ਦਾ ਵਾਰਸ ਵੀ ਦੇ ਦਿਓ, ਭਾਵ ਸਾਡੇ ਘਰ ਦੇ ਵਿੱਚ ਪੁੱਤਰ ਦੀ ਦਾਤ ਵੀ ਬਖਸ਼ ਦਿਓ। ਤੁਹਾਡਾ ਜਸ ਸੁਣ ਕੇ ਮਨ ਵਿੱਚ ਪੱਕਾ ਨੀਚਾ ਕਰਕੇ ਮੈਂ ਆਪ ਜੀ ਦੇ ਚਰਨਾਂ ਤੇ ਪੁੱਜਿਆ। ਤੇ ਸਤਿਗੁਰਾਂ ਦੀ ਪਵਿੱਤਰ ਬਾਣੀ ਦਾ ਹੀ ਪ੍ਰਮਾਣ ਹੈ ਕਿ ਸੰਤ ਕੀ ਧੂਰ ਮਿਟੇ ਅਗ ਕੋਟ, ਸੰਤ ਪ੍ਰਸਾਦ ਜਨਮ ਮਰਨ ਤੇ ਛੋਟ। ਮਹਾਰਾਜਾ ਪ੍ਰਤਾਪ ਸਿੰਘ ਦੀ ਸਾਰੀ ਗੱਲਬਾਤ ਉਹਨਾਂ ਸੰਤ ਮਹਾਂਪੁਰਸ਼ਾਂ ਨੇ ਸੁਣੀ। ਸੁਣ ਕੇ ਮੇਰਾਂ ਦੇ ਘਰ ਵਿੱਚ ਆ ਕੇ ਸੰਤਾਂ ਨੇ ਹੁਕਮ ਕੀਤਾ ਕਿ ਭਾਈ ਰੋਜ਼ ਅੰਮ੍ਰਿਤ ਵੇਲੇ ਨਾ ਜਾਗ ਕੇ ਜਲ ਦੇ ਵਿੱਚ ਬੈਠ ਕੇ ਜਪਜੀ ਸਾਹਿਬ ਦੀ 5 ਪਾਠ ਕਰਨੇ ਨੇ। ਜਲ ਦੇ ਵਿੱਚ ਬੈਠ ਕੇ ਰੋਜ਼ਾਨਾ ਜਪਜੀ ਸਾਹਿਬ ਦੇ 5 ਪਾਠ ਕਰਨੇ ਨੇ। ਤੇ ਸਤਿਗੁਰਾਂ ਦੀ ਪਵਿੱਤਰ ਬਾਣੀ ਦਾ ਹੀ ਪ੍ਰਮਾਣ ਹੈ ਕਿ ਸਰਬ ਰੋਗਾ ਔਖਦ ਨਾਮ, ਕਿ ਸਾਰਿਆਂ ਦੁੱਖਾਂ ਦੀ ਦਵਾਈ ਪਰਮੇਸ਼ਰ ਦਾ ਨਾਮ ਹੈ। ਸੰਤ ਮਹਾਂਪੁਰਸ਼ ਕਹਿੰਦੇ ਵੀ ਜਿਤਨਾ ਚਿਰ ਜਲ ਵਿੱਚ ਬੈਠ ਕੇ ਪਾਠ ਕਰੇ ਉਤਨਾ ਸਮਾਂ ਰੋਗ ਵਾਲੀ ਜਗ੍ਹਾ ਤੇ ਪਾਣੀ ਮਲਦੇ ਰਹਿਣ। ਪਾਠ ਕਰਨ ਤੋਂ ਬਾਅਦ ਬਾਹਰ ਆ ਕੇ ਮਿਸ਼ਰੀ ਬਦਾਮ ਤੇ ਮੱਖਣ ਖਾਣਾ ਤੇ ਗੁਰੂ ਭਲੀ ਕਰੇਗਾ। ਫਿਰ ਗੁਰਦੁਆਰੇ ਜਾ ਕੇ
ਸੁਖਮਨੀ ਸਾਹਿਬ ਜੀ ਦਾ ਪਾਠ ਸ਼ੁਰੂ ਹੋਣ ਤੋਂ ਪਹਿਲਾਂ ਮੰਜੀ ਸਾਹਿਬ ਦੇ ਥੱਲੇ ਪਵਿੱਤਰ ਜਲ ਰੱਖ ਦੇਣਾ ਤੇ ਬੈਠ ਕੇ ਸੁਖਮਨੀ ਸਾਹਿਬ ਜੀ ਦਾ ਪਾਠ ਸੁਣਨਾ ਹੈ ਆਪ ਜੀ ਨੇ। ਜਦੋਂ ਸੁਖਮਨੀ ਸਾਹਿਬ ਜੀ ਦੇ ਪਾਠ ਸੰਪੂਰਨ ਹੋਏ, ਅਰਦਾਸ ਹੋਣ ਤੋਂ ਉਪਰੰਤ ਉਹ ਜਲ ਆਪ ਜੀ ਨੇ ਛਕਣਾ ਹੈ ਤੇ ਰਾਣੀ ਨੂੰ ਵੀ ਛਕਾਉਣਾ ਹੈ। ਵਾਹਿਗੁਰੂ ਤੁਹਾਡੀ ਪੁੱਤਰ ਹੋਣ ਵਾਲੀ ਦਾਤ ਵੀ, ਮੁਰਾਦ ਵੀ ਪੂਰੀ ਕਰ ਦੇਵੇਗਾ। ਸੰਤਾਂ ਦੀ ਆਗਿਆ ਦੇ ਅਨੁਸਾਰ ਮਹਾਰਾਜਾ ਪ੍ਰਤਾਪ ਸਿੰਘ ਕਹਿੰਦੇ ਨਾ ਆਪਣੇ ਘਰ ਨੂੰ ਚਲਿਆ ਗਿਆ। ਘਰ ਜਾ ਕੇ ਰੋਜ਼ ਨੇਮ ਬਣਾ ਲਿਆ। ਰਾਜੇ ਤੇ ਰਾਣੀ ਨੇ ਸੰਤਾਂ ਦੇ ਵਚਨਾਂ ਦੇ ਅਨੁਸਾਰ ਜਪਜੀ ਸਾਹਿਬ ਦਾ ਪਾਠ, ਸੁਖਮਨੀ ਸਾਹਿਬ ਜੀ ਦਾ ਪਾਠ ਕਰਦੇ ਹੋਏ ਸੁਣਦੇ ਰਹੇ। ਨਾਮ ਦੇ ਪ੍ਰਤਾਪ ਦੇ ਨਾਲ ਮਹਾਰਾਜਾ ਪ੍ਰਤਾਪ ਸਿੰਘ ਦਾ ਰੋਗ ਵੀ ਦੂਰ ਹੋ ਗਿਆ ਤੇ ਘਰ ਦੇ ਵਿੱਚ ਸੰਤਾਂ ਦੇ ਵਚਨਾਂ ਦੇ ਅਨੁਸਾਰ ਪੁੱਤਰ ਦੀ ਦਾਤ ਵੀ ਪ੍ਰਾਪਤ ਹੋ ਗਈ। ਤੇ ਸਤਿਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਦਾ ਵਚਨ ਹੈ ਕਿ ਓਟ ਗਈ ਸੰਤੈ ਦਰ ਆਇਆ, ਸਰਬ ਰੋ ਸੁਖ ਨਾਨਕ ਤੇ ਪਾਇਆ। ਜਿਸ ਨੇ ਸੰਤਾਂ ਦੇ ਦਰਬਾਰ ਵਿੱਚ ਭਾਵ ਪਰਮਾਤਮਾ ਦੀ ਬੰਦਗੀ ਕਰਨ ਵਾਲਿਆਂ ਦਾ ਆਸਰਾ ਲੈ ਲਿਆ ਤੇ ਉਹਨੇ ਸਾਰੇ ਸੁੱਖਾਂ ਨੂੰ ਪ੍ਰਾਪਤ ਕਰ ਲਿਆ, ਉਹਨੂੰ ਸਾਰੇ ਸੁੱਖ ਮਿਲ ਗਏ। ਸੁਣੋ ਅਗਲੇ ਬਚਨ ਸਤਿਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਦੇ। ਮ੍ਰਿਤਕਉ ਜੀ ਬਾਲਨਹਾਰ, ਭੁੱਖੀ ਕਉ ਦੇਵਤ ਆਧਾਰ। ਜੋ ਪਰਮੇਸ਼ਰ ਮੁਰਦੇ ਨੂੰ ਵੀ ਜਿਉਂਦਾ ਕਰਨ ਵਾਲਾ ਹੈ ਤੇ ਭੁੱਖੇ ਪੁਰਸ਼ ਨੂੰ ਅੰਨ ਦਾ ਆਸਰਾ ਦਿੰਦਾ ਹੈ, ਐਸੇ ਪਰਮੇਸ਼ਰ ਨੂੰ ਹਮੇਸ਼ਾ ਹੀ ਯਾਦ ਰੱਖਣਾ ਚਾਹੀਦਾ ਹੈ। ਮ੍ਰਿਤਕਉ ਜੀ ਬਾਲਨਹਾਰ, ਭੁੱਖੀ ਕਉ ਦੇਵਤ ਆਧਾਰ। ਉਹ ਪਰਮੇਸ਼ਰ ਤਾਂ ਐਡੀ ਸ਼ਕਤੀ ਦਾ ਮਾਲਕ ਹੈ, ਸਰਬ ਕਲਾ ਭਰਪੂਰ ਹੈ। ਉਹ ਤਾਂ ਮੁਰਦਿਆਂ ਦੇ ਵਿੱਚ ਜਾਨ ਪਾਉਣ ਵਾਲਾ ਹੈ। ਉਹ ਤਾਂ ਭੁੱਖੇ ਪੁਰਸ਼ ਨੂੰ ਵੀ ਅੰਨ ਦਾ ਆਸਰਾ ਦੇਣ ਵਾਲਾ ਹੈ। ਇੱਕ ਵਾਰੀ ਨਾ ਸਾਧ ਸੰਗਤ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਸ ਵੇਲੇ ਬਾਲਕ ਅਵਸਥਾ ਦੇ ਵਿੱਚ ਸਨ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਸ ਵੇਲੇ ਬਾਲਕ ਅਵਸਥਾ ਦੇ ਵਿੱਚ ਸਨ ਤੇ ਪਟਨੇ ਸਾਹਿਬ ਦੇ ਵਿੱਚ ਆਪਣੇ ਹਾਣੀਆਂ ਦੇ ਨਾਲ ਕਈ ਤਰ੍ਹਾਂ ਦੀਆਂ ਖੇਡਾਂ ਖੇਡਦੇ ਹੁੰਦੇ ਤੇ ਕਈ ਤਰ੍ਹਾਂ ਦੀ ਕੌਤਕ ਕਰਦੇ ਸਨ। ਬਾਲ ਅਵਸਥਾ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪਟਨਾ ਸਾਹਿਬ ਦੀਆਂ ਗਲੀਆਂ ਦੇ ਵਿੱਚ ਆਪਣੇ ਹਾਨ ਦੇ ਸਾਥੀਆਂ ਦੇ ਨਾਲ ਖੇਡਦੇ। ਇੱਕ ਦਿਨ ਬਾਲ ਗੋਬਿੰਦ ਰਾਏ ਜੀ ਨਾ ਆਪਣੇ ਸਾਥੀ ਬੱਚਿਆਂ ਦੇ ਨਾਲ ਜਮਨਾ ਦੇ ਵਿੱਚ ਪਾਣੀ ਉਛਾਲਣ ਦੀ ਖੇਡ ਖੇਡ ਰਹੇ ਸਨ। ਜਮਨਾ ਦਾ ਪਾਣੀ ਉਛਾਲ ਰਹੇ ਸੀ ਬੱਚਿਆਂ ਦੇ ਨਾਲ। ਤਾਂ ਉਸੇ ਵੇਲੇ ਕਹਿੰਦੇ ਬਾਲ ਗੋਬਿੰਦ ਰਾਏ ਜੀ ਦੇ ਕੰਨਾਂ ਦੇ ਵਿੱਚ ਇੱਕ ਦਰਦ ਭਰੀ ਆਵਾਜ਼ ਕਿਸੇ ਮਾਈ ਦੀ ਬਿਰਲਾਪ ਕਰਨ ਦੀ ਆਈ। ਕੰਨਾਂ ਵਿੱਚ ਸੁਣਿਆ ਵੀ ਕੋਈ ਮਾਤਾ ਰੋ ਰਹੀ ਹੈ ਕੋਈ, ਤੇ ਨਰਮ ਦਿਲ ਗੋਬਿੰਦ ਰਾਏ ਦੀ ਆਵਾਜ਼ ਉਸ ਆਵਾਜ਼ ਨੂੰ ਸਹਾਰ ਨਾ ਸਕੇ ਕਹਿੰਦੇ। ਤੇ ਝਟ ਬਾਹਰ ਪਾਣੀ ਤੋਂ ਨਿਕਲ ਕੇ ਆਏ ਤੇ ਉਸ ਮਾਈ ਦੇ ਕੋਲ ਪਹੁੰਚ ਗਏ ਆਪਣੇ ਸਾਥੀਆਂ ਦੇ ਨਾਲ। ਬਾਲਕ ਗੋਬਿੰਦ ਰਾਏ ਜੀ ਮਾਈ ਦੇ ਕੋਲ ਜਾ ਕੇ ਵੇਖਿਆ